परम सत्कारयोग गुरु रूप गुरु प्यारी गुरु खालसा साध संगत जी, आओ जो अज श्री दरबार साहिब श्री हरमंदर साहिब दीन दुनिया के मालक धन धन साहिब श्री गुरु ग्रंथ साहिब महाराज जियां ने जो श्री मुख वाक साहिब जियां की बख्शिश की है, उस हुक्मनामा साहिब जी दे आपां अखरी अर्थ सरवण करिए जी। विचार की आरंभता तो पहला धन गुरु ग्रंथ साहिब महाराज जियां दे चरनां विच हाजरी लवाओ, बुलाओ जी फतेह। कोई भी रसना वांझी ना रहे। वाहिगुरु जी का खालसा वाहिगुरु जी की फतेह। सब तो पहला आप संगतां दे चरनां विच बेनती है, जिन्हां ने साडा ये यूट्यूब चैनल सबसक्राइब नहीं किया, वो भाई साडा यूट्यूब चैनल सबसक्राइब करो जी, क्योंकि असी इस चैनल ते हर रोज़ जो धन गुरु ग्रंथ साहिब महाराज जी श्री हरमंदर साहिब मुख वाक साहिब जियां दी बख्शिश करते हैं, उस हुक्मनामा साहिब जियां दे अखरी अर्थ व्याख्या असी अपलोड करते हाँ जी। आओ अज सतगुरु जी की बख्शिश करते हैं, सरवण करिए। सोरठ महला पंजवा। राग सोरठ विच शहीदां दे सरताज शांति दे पुंज पंजवें गुरु नानक धन धन साहिब श्री गुरु अर्जन देव महाराज जियां ने ये शब्द अपनी रसना तो उचारण किया है, जो कि धन श्री गुरु ग्रंथ साहिब महाराज जियां विच 612 अंग ते दर्ज है। चरण कमल स्यों जाका मन लीना, से जन तृप्त अगाई। तृप्त अगाई तो भाव है पूरे तौर ते रजे रहंदे हन, भाव तृप्त हो जाते हैं। महाराज कहते भाई जिन्हां मनुखां दा मन प्रभु दे कमल वर्गे कोमल चरनां नाल परच जांदा है, भाव लग जांदा है, ਉਹ ਮਨੁੱਖ ਮਾਇਆ ਵੱਲੋਂ ਪੂਰਨ ਤੌਰ ਤੇ ਸੰਤੋਖੀ ਹੋ ਜਾਂਦੇ ਹਨ। ਚਰਨ ਕਮਲ ਸਿਉ ਜਾ ਕਾ ਮਨ ਲੀਨਾ। ਪਰਮਾਤਮਾ ਦੇ ਚਰਨ ਕਮਲਾਂ ਨਾਲ ਜਿਹੜੇ ਮਨੁੱਖ ਦਾ ਮਨ ਲੀਨਾ ਤੋਂ ਭਾਵ ਹੈ ਲੱਗ ਜਾਂਦਾ ਹੈ, ਪਰਚ ਜਾਂਦਾ ਹੈ, ਉਹਨਾਂ ਨੂੰ ਮਿਲਦਾ ਕੀ ਹੈ? ਸੇ ਜਨ ਤ੍ਰਿਪਤ ਅਗਾਈ। ਉਹਨਾਂ ਦੇ ਅੰਦਰ ਸੰਤੋਖ ਆ ਜਾਂਦਾ ਹੈ। ਸਭ ਤੋਂ ਵੱਡੀ ਚੀਜ਼ ਹੈ ਸੰਤੋਖ। ਅੱਜ ਇਨਸਾਨ ਕੋ ਸੰਤੋਖ ਹੀ ਨਹੀਂ, ਤਾਂ ਹੀ ਤਾਂ ਮਹਾਰਾਜ ਕਹਿੰਦੇ ਸਹਿਸ ਖਟੈ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੈ। ਅੱਜ ਹਜ਼ਾਰਾਂ ਰੁਪਈਆ ਹੋਣ ਦੇ ਬਾਵਜੂਦ ਵੀ ਮਨ ਵਿੱਚ ਇਹ ਹੈ ਕਿ ਮੇਰੇ ਕੋਲ ਲੱਖਾਂ ਰੁਪਈਆ ਹੋਵੇ, ਮੇਰੇ ਕੋਲ ਹੋਰ ਮਾਇਆ ਹੋਵੇ। ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਉਹਦੇ ਅੰਦਰ ਫਿਰ ਸੰਤੋਖ ਆ ਜਾਂਦਾ, ਉਹਦੀ ਭਟਕਣਾ ਦੂਰ ਹੋ ਜਾਂਦੀ ਹੈ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤਿਖਾਈ। ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਅਮੋਲਕ ਗੁਣ ਆ ਨਹੀਂ ਵਸਦੇ, ਭਾਵ ਜਿਹਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਨਹੀਂ ਜੁੜਿਆ ਹੋਇਆ, ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਰਹਿੰਦੇ ਹਨ। ਉਹਨਾਂ ਅੰਦਰੋਂ ਮਾਇਆ ਨਹੀਂ ਜਾਂਦੀ, ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਨਹੀਂ ਜੁੜੇ, ਜਿਹੜੇ ਵਾਹਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ, ਉਹ ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿੱਚ ਸੜਦੇ ਐ। ਗਰਮੀ ਦੇ ਦਿਨ ਹੈ, ਜੇਠ ਦਾ ਮਹੀਨਾ ਚੱਲ ਰਿਹਾ ਹੈ, ਜੇਠ ਦਾ ਮਹੀਨਾ ਕਿੰਨਾ ਗਰਮ ਹੈ, ਪਰ ਜੇ ਇਸ ਮਹੀਨੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਜਾਏ, ਫਿਰ ਸਾਨੂੰ ਤ੍ਰਿਸ਼ਨਾ ਦੀ ਅੱਗ ਤਪਾ ਨਹੀਂ ਸਕਦੀ, ਫਿਰ ਅਸੀਂ ਸੰਤੋਖੀ ਰਹਾਂਗੇ। ਨਹੀਂ ਤਾਂ ਤ੍ਰਿਸ਼ਨਾ ਦੀ ਅੱਗ ਤਾਂ ਜੇਠ ਦੇ ਮਹੀਨੇ ਤੋਂ ਕਿਤੇ ਗੁਣਾ ਵੱਧ ਹੈ, ਬੰਦੇ ਨੂੰ ਹਰ ਟਾਈਮ ਅੰਦਰੋਂ ਅੰਦਰ ਸਾੜ ਰਹੀ ਹੈ।
ਹਰ ਅਰਾਧੇ ਅਰੋਗ ਅੰਨ ਦਾਈ। ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਏ ਹੋ ਜਾਈਦਾ ਹੈ, ਅਰੋਗ ਹੋ ਜਾਈਦਾ ਹੈ, ਰੋਗਾਂ ਤੋਂ ਰਹਿਤ ਹੋ ਜਾਈਦਾ ਹੈ ਅਤੇ ਆਤਮਿਕ ਆਨੰਦ ਸਦਾ ਹੀ ਹਿਰਦੇ ਅੰਦਰ ਬਣਿਆ ਰਹਿੰਦਾ ਹੈ। ਜਿਸਨੋ ਵਿਸਰੈ ਮੇਰਾ RAM ਸਨੇਹੀ, ਤਿਸ ਲਾਖ ਬੇਦਨ ਜਨ ਆਈ। ਰਹਾਉ। ਸਨੇਹੀ ਤੋਂ ਭਾਵ ਹੈ ਪਿਆਰਾ, ਬੇਦਨ ਪੀੜਾ ਜਾਂ ਦੁੱਖ। ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਸ ਉੱਤੇ ਇਉਂ ਜਾਣੋ ਜਿਵੇਂ ਲੱਖਾਂ ਤਕਲੀਫਾਂ ਆ ਪੈਂਦੀਆਂ ਹਨ, ਉਹਨੂੰ ਲੱਖਾਂ ਦੁੱਖ ਘੇਰ ਲੈਂਦੇ ਹਨ। ਪਰ ਜਿਹੜਾ ਵਾਹਿਗੁਰੂ ਜੀ ਦੀ ਯਾਦ ਅੰਦਰ ਸਮਾਂ ਗੁਜ਼ਾਰਦਾ ਹੈ, ਉਹਨੂੰ ਮਹਾਰਾਜ ਕਹਿੰਦੇ ਹਰ ਅਰਾਧੇ। ਹਰ ਅਰਾਧੇ ਤੋਂ ਭਾਵ ਹੈ ਪਰਮਾਤਮਾ ਨੂੰ ਯਾਦ ਕਰਨਾ। ਕੀ ਮਿਲਦਾ? ਅਰੋਗ ਭਾਵ ਰੋਗਾਂ ਤੋਂ ਰਹਿਤ। ਅੰਨਦਾਈ ਤੋਂ ਭਾਵ ਹੈ ਆਤਮਿਕ ਆਨੰਦ। ਵਾਹਿਗੁਰੂ ਜੀ ਦੀ ਯਾਦ ਅੰਦਰ ਆਨੰਦ ਵੀ ਹੈ ਤੇ ਦੁੱਖ ਵੀ ਨਹੀਂ ਆਉਂਦੇ। ਸਰੀਰ ਕੰਚਨ ਵਰਗਾ ਰਹਿੰਦਾ ਹੈ, ਮਨ ਕੰਚਨ ਵਰਗਾ ਰਹਿੰਦਾ ਹੈ। ਪਰ ਜਿਹਨੂੰ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਂਦੀ ਹੈ, ਜਿਹਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਮਹਾਰਾਜ ਕਹਿੰਦੇ ਉਹਦੇ ਆਲੇ ਦੁਆਲੇ ਲੱਖਾਂ ਹੀ ਦੁੱਖ ਆ ਕੇ ਉਹਨੂੰ ਘੇਰ ਲੈਂਦੇ ਹਨ। ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ। ਓਟ ਤੋਂ ਭਾਵ ਹੈ ਆਸਰਾ। ਐ ਵਾਹਿਗੁਰੂ ਜੀ, ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ ਹੈ, ਤੇਰੀ ਓਟ ਲਈ ਹੈ, ਉਹ ਤੇਰੀ ਸ਼ਰਨ ਵਿੱਚ ਰਹਿ ਕੇ ਸੁੱਖ ਮਾਣਦੇ ਹਨ। ਜਹ ਨਰ ਵਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹਿ ਗਣਨੇ। ਗਣਨੇ ਤੋਂ ਭਾਵ ਹੈ ਗਿਣੇ ਜਾਂਦੇ ਹਨ। ਪਰ ਮਹਾਰਾਜ ਜਿਨ੍ਹਾਂ ਮਨੁੱਖਾਂ ਨੂੰ ਸਰਬ ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਜੀ ਭੁੱਲ ਜਾਂਦੇ ਹਨ, ਉਹ ਮਨੁੱਖ ਦੁਖੀਆਂ ਵਿੱਚ ਗਿਣੇ ਜਾਂਦੇ ਹਨ। ਭਾਵ ਹਰ ਟਾਈਮ ਹੀ ਦੁਖੀ ਰਹਿੰਦੇ ਹਨ। ਉਹਨਾਂ ਦੇ ਚਿਹਰੇ ਵਿੱਚ ਖੇੜਾ ਨਹੀਂ ਹੁੰਦਾ, ਉਹ ਖੁਸ਼ੀ ਵਿੱਚ ਨਹੀਂ ਜਿਉਂਦੇ, ਉਹ ਹਮੇਸ਼ਾ ਹੀ ਦੁਖੀ ਵਿੱਚ ਜਿਉਂਦੇ ਹਨ। ਜਿਹ ਗੁਰ ਮਾਨ ਪ੍ਰਭੂ ਲਿਵ ਲਾਈ, ਤਿਹ ਮਹਾ ਆਨੰਦ ਰਸ ਕਰਿਆ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿੱਚ ਸੁਰਤ ਜੋੜ ਲਈ, ਉਹਨਾਂ ਨੇ ਬੜਾ ਆਨੰਦ ਰਸ ਮਾਣ ਲਿਆ। ਮਹਾਰਾਜ ਕਹਿੰਦੇ ਜਿਹ ਗੁਰ ਮਾਨ ਪ੍ਰਭੂ ਲਿਵ ਲਾਈ, ਜਿਨ੍ਹਾਂ ਨੇ ਗੁਰੂ ਜੀ ਦੀ ਹੁਕਮ ਮੰਨ ਕੇ ਗੁਰੂ ਜੀ ਦੀ ਆਗਿਆ ਦੇ ਮੁਤਾਬਕ ਆਪਣਾ ਜੀਵਨ ਢਾਲ ਲਿਆ, ਪ੍ਰਭੂ ਦੀ ਯਾਦ ਨਾਲ ਸੁਰਤ ਜੋੜ ਲਈ, ਤੇ ਇਹ ਮਹਾ ਆਨੰਦ ਰਸ ਕਰਿਆ। ਫਿਰ ਕੀ ਬਖਸ਼ਿਸ਼ ਹੁੰਦੀ ਹੈ? ਉਹ ਬੜੇ ਆਨੰਦ ਵਿੱਚ, ਬੜੇ ਰਸ ਵਿੱਚ ਜਿਉਂਦੇ ਹਨ। ਜਿਹ ਪ੍ਰਭ ਵਿਸਾਰ ਗੁਰ ਤੇ ਬੇਮੁਖਾਈ, ਤੇ ਨਰ ਘੋਰ ਮਹਿ ਪਰਿਆ। ਪਰ ਜਿਹੜੇ ਮਨੁੱਖ ਪਰਮਾਤਮਾ ਨੂੰ ਭੁੱਲ ਕੇ ਗੁਰੂ ਵੱਲੋਂ ਮੂੰਹ ਮੋੜੀ ਰੱਖਦੇ ਹਨ, ਉਹ ਭਿਆਨਕ ਨਰਕ ਵਿੱਚ ਪਏ ਰਹਿੰਦੇ ਹਨ, ਉਹ ਨਰਕਾਂ ਵਿੱਚ ਸੜਦੇ ਹਨ। ਕਿਹੜੇ? ਜਿਹੜੇ ਪਰਮਾਤਮਾ ਨੂੰ ਭੁੱਲ ਕੇ ਤੇ ਗੁਰੂ ਵੱਲੋਂ ਵੀ ਮੁੱਖ ਮੋੜੀ ਰੱਖਦੇ ਹਨ। ਗੁਰੂ ਨੇ ਪਰਮਾਤਮਾ ਨਾਲ ਜੋੜਨਾ ਹੈ। ਅੱਜ ਅਸੀਂ ਗੁਰੂ ਵਾਲੇ ਹੀ ਬਣਨ ਵਾਸਤੇ ਤਿਆਰ ਨਹੀਂ, ਅੱਜ ਕੇਸ ਰੱਖਣ ਵਾਸਤੇ ਤਿਆਰ ਨਹੀਂ, ਅੰਮ੍ਰਿਤ ਛਕਣ ਵਾਸਤੇ ਤਿਆਰ ਨਹੀਂ। ਪਰ ਮਹਾਰਾਜ ਕਹਿੰਦੇ ਗੁਰੂ ਨੇ ਹੀ ਪਰਮਾਤਮਾ ਨਾਲ ਜੋੜਨਾ ਹੈ। ਜਿਹੜੇ ਮਨੁੱਖ ਪਰਮਾਤਮਾ ਤੋਂ ਕਿਨਾਰਾ ਕਰੀ ਬੈਠੇ ਹਨ, ਜਿਹੜੇ ਗੁਰੂ ਵੱਲ ਮੂੰਹ ਨਹੀਂ ਕਰਦੇ, ਗੁਰੂ ਤੋਂ ਮੁੱਖ ਮੋੜੀ ਬੈਠੇ ਹਨ, ਉਹ ਭਿਆਨਕ ਨਰਕ ਵਿੱਚ ਪਏ ਰਹਿੰਦੇ ਹਨ, ਭਿਆਨਕ ਨਰਕ ਵਿੱਚ ਸੜਦੇ ਹਨ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਪਰ ਜੀਵਾਂ ਦੇ ਕੀ ਵਸ ਹੈ? ਜਿਸ ਕੰਮ ਵਿੱਚ ਪਰਮਾਤਮਾ ਨੇ ਕਿਸੇ ਜੀਵ ਨੂੰ ਲਾਂਦਾ ਹੈ,
ਉਸੇ ਕੰਮ ਵਿੱਚ ਹੀ ਉਹ ਲੱਗਾ ਰਹਿੰਦਾ ਹੈ। ਹਰੇਕ ਜੀਵ ਇਹੋ ਜਿਹੀ ਵਰਤੋਂ ਹੀ ਕਰਦਾ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ। ਵਾਹਿਗੁਰੂ ਜੀ ਜਿਹੜੇ ਜੀਵ ਨੂੰ ਜਿਹੜੇ ਕੰਮ ਵਿੱਚ ਲਾਉਂਦੇ ਹਨ ਉਹ ਉਸੇ ਕੰਮ ਵਿੱਚ ਲੱਗਦਾ ਹੈ। ਤਾਂ ਹੀ ਤਾਂ ਕਹੀਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਜ਼ੀ ਨਾਲ ਦੁਨੀਆ ਵਿੱਚ ਪੱਤਾ ਵੀ ਨਹੀਂ ਹਿੱਲਦਾ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਪੂਰੇ ਸੰਸਾਰ ਵਿੱਚ ਇਹ ਵਰਤਾਰਾ ਵਰਤ ਰਿਹਾ ਹੈ। ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਨਾਨਕ ਸਹ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ। ਸਾਹ ਤੋਂ ਭਾਵ ਹੈ ਓਟ, ਮਗਨ ਤੋਂ ਭਾਵ ਹੈ ਮਸਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੀ ਪ੍ਰੇਰਨਾ ਨਾਲ ਸੰਤ ਜਨਾਂ ਦਾ ਆਸਰਾ ਲਿਆ ਹੈ, ਰੱਬ ਦੇ ਪਿਆਰਿਆਂ ਦਾ ਆਸਰਾ ਲਿਆ ਹੈ, ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿੱਚ ਮਸਤ ਰਹਿੰਦੇ ਹਨ, ਭਾਵ ਜੁੜੇ ਰਹਿੰਦੇ ਹਨ। ਕਿਉਂਕਿ ਜ਼ਿੰਦਗੀ ਵਿੱਚ ਜੁੜਿਆ ਹੀ ਕਿਸੇ ਨੂੰ ਜੋੜ ਸਕਦਾ ਹੈ, ਟੁੱਟਿਆ ਹੋਇਆ ਕਿਸੇ ਨੂੰ ਨਹੀਂ ਜੋੜ ਸਕਦਾ। ਹਮੇਸ਼ਾ ਜੁੜਿਆਂ ਦੀ ਸੰਗਤ ਵਿੱਚ ਜਾਣਾ ਚਾਹੀਦਾ ਹੈ, ਜਿਹੜੇ ਜੋੜ ਦੇਣ। ਸਭ ਤੋਂ ਵੱਡਾ ਪੁੰਨ ਦੁਨੀਆ ਵਿੱਚ ਇਹੀ ਹੈ, ਪਰਮਾਤਮਾ ਨਾਲੋਂ ਟੁੱਟੇ ਹੋਏ ਨੂੰ ਵਾਹਿਗੁਰੂ ਦੇ ਨਾਲ ਜੋੜ ਦੇਣਾ। ਭਗਤ ਫਰੀਦ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਸਾਖੀ ਆਉਂਦੀ ਹੈ। ਭਗਤ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਸੋਨੇ ਦੀ ਕੈਂਚੀ ਭੇਟ ਕੀਤੀ। ਫਰੀਦ ਸਾਹਿਬ ਕਹਿੰਦੇ ਭਾਈ ਮੈਨੂੰ ਕੈਂਚੀ ਨਹੀਂ ਚਾਹੀਦੀ। ਕਿਸੇ ਨੇ ਪੁੱਛਿਆ ਭਗਤ ਜੀ ਸੋਨੇ ਦੀ ਕੈਂਚੀ ਹੈ। ਤਾਂ ਅੱਗੋਂ ਭਗਤ ਫਰੀਦ ਸਾਹਿਬ ਨੇ ਜਿਹੜਾ ਬਚਨ ਕੀਤਾ ਨਾ, ਉਹ ਸਾਨੂੰ ਵੀ ਆਪਣੇ ਹਿਰਦੇ ਅੰਦਰ ਵਸਾਉਣਾ ਚਾਹੀਦਾ ਹੈ। ਭਗਤ ਫਰੀਦ ਸਾਹਿਬ ਕਹਿੰਦੇ ਕੈਂਚੀ ਸੋਨੇ ਦੀ ਹੋਵੇ ਚਾਹੇ ਲੋਹੇ ਦੀ ਹੋਵੇ, ਕੈਂਚੀ ਦਾ ਕੰਮ ਹੈ ਕੱਟਣਾ। ਉਹ ਦੋ ਟੋਟੇ ਕਰਦੀ ਹੈ। ਪਰ ਭਲਿਆ ਜੇ ਮੈਨੂੰ ਕੁਝ ਦੇਣਾ ਹੈ ਮੈਨੂੰ ਇੱਕ ਸੂਈ ਦੇ ਦੇ, ਕਿਉਂਕਿ ਸੂਈ ਦਾ ਕੰਮ ਹੈ ਜੋੜਨਾ। ਦੋ ਟੁਕੜਿਆਂ ਨੂੰ ਸੂਈ ਜੋੜ ਦਿੰਦੀ ਹੈ ਤੇ ਕੈਂਚੀ ਜੁੜੇ ਹੋਏ ਨੂੰ ਪਾੜ ਦਿੰਦੀ ਹੈ, ਕੱਟ ਦਿੰਦੀ ਹੈ। ਸਾਨੂੰ ਵੀ ਜੀਵਨ ਵਿੱਚ ਕਿਸੇ ਟੁੱਟੇ ਹੋਏ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ। ਤੇ ਯਾਦ ਰੱਖਿਓ ਜ਼ਿੰਦਗੀ ਅੰਦਰ ਸਭ ਤੋਂ ਵੱਡਾ ਜੇ ਕੋਈ ਪਾਪ ਹੈ, ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪਾਪ ਵੀ ਇਹੀ ਹੈ, ਪਰਮਾਤਮਾ ਨਾਲ ਜੁੜੇ ਹੋਏ ਨੂੰ, ਗੁਰੂ ਜੀ ਨਾਲ ਜੁੜੇ ਹੋਏ ਨੂੰ ਤੋੜ ਦੇਣਾ। ਸੋ ਗੁਰਮੁਖੋ ਯਤਨ ਕਰਿਆ ਕਰੋ ਸਾਡੀ ਜ਼ਿੰਦਗੀ ਅੰਦਰ ਕੋਈ ਵੀ ਇਹੋ ਜਿਹਾ ਬੋਲ ਨਾ ਬੋਲੀਏ, ਕੋਈ ਜੁੜਿਆ ਹੋਇਆ ਵਾਹਿਗੁਰੂ ਜੀ ਦੇ ਨਾਲੋਂ ਟੁੱਟ ਜਾਏ। ਇਹ ਸਨ ਜੋ ਸਤਿਗੁਰੂ ਜੀਆਂ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਮੁਖਵਾਕ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ। ਉਸ ਹੁਕਮਨਾਮਾ ਸਾਹਿਬ ਜੀਆਂ ਦੇ ਅਖਰੀ ਅਰਥ ਜੋ ਆਪਾਂ ਸਰਵਣ ਕੀਤੇ ਹਨ ਜੀ। ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਿਓ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।